ਮੇਰਾ ਨਾਮ ਅਭਿਜੋਤ ਆ। ਮੇਰੇ ਵਿਆਹ ਹੋਏ ਨੂੰ 4 ਕੁ ਸਾਲ ਹੋਏ ਸੀ। ਮੇਰੇ ਘਰ 'ਚ ਮੇਰੀ ਪਤਨੀ ਅਤੇ 3 ਬੱਚੇ ਸੀ। ਮੈਂ ਇੱਕ ਬਹੁਤ ਵੱਡੀ ਫੈਕਟਰੀ ਖੋਲ੍ਹੀ, ਪਰ ਹੌਲੀ-ਹੌਲੀ ਮੇਰਾ ਕੰਮ ਘਟਦਾ ਹੀ ਜਾਂਦਾ ਸੀ। ਮੈਨੂੰ ਬਹੁਤ ਫਿਕਰ ਹੁੰਦੀ ਸੀ, ਜੇ ਮੇਰਾ ਕੰਮ ਨਾ ਚੱਲਿਆ ਤਾਂ ਮੇਰਾ ਕੀ ਬਣੂਗਾ? ਮੇਰੇ ਬੱਚੇ ਕਿੱਥੋਂ ਖਾਣਗੇ? ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ? ਮੈਂ ਸਾਰਾ ਪੈਸਾ ਆਪਣੀ ਫੈਕਟਰੀ ਬਣਾਉਣ ਦੇ ਵਿੱਚ ਲਾ ਦਿੱਤਾ ਸੀ। ਹਮੇਸ਼ਾ ਆਪਣੇ ਬਿਜ਼ਨਸ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ, ਜਿਸ ਦੀ ਵਜ੍ਹਾ ਨਾਲ ਹੁਣ ਮੈਂ ਬਿਮਾਰ ਵੀ ਰਹਿਣ ਲੱਗ ਪਿਆ ਸੀ। ਟੈਨਸ਼ਨ ਨਾਲ ਮੇਰਾ BP ਲੋ ਹੋ ਜਾਂਦਾ, ਦਵਾਈਆਂ ਵੀ ਬਹੁਤ ਪੈਸਾ ਖਿੱਚ ਕੇ ਲੈ ਜਾਂਦੀਆਂ ਸੀ। ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਬਿਜ਼ਨਸ ਨੂੰ ਚੰਗੇ ਤਰੀਕੇ ਨਾਲ ਚਲਾਵਾਂ, ਪਰ ਮੈਂ ਆਪਣੀ ਕੋਸ਼ਿਸ਼ ਵਿੱਚ ਨਾਕਾਮ ਹੋ ਗਿਆ ਸੀ। ਮੈਂ ਥੱਕ ਹਾਰ ਕੇ ਰੱਬ ਦੇ ਲੜ ਲੱਗ ਗਿਆ। ਮੈਂ ਰੱਬ ਅੱਗੇ ਰੋਜ਼ ਅਰਦਾਸ ਕਰਦਾ। ਇੱਕ ਦਿਨ ਮੈਂ ਘਰੇ ਪਾਠ ਕਰਾਇਆ ਤੇ ਲੰਗਰ ਲਾਇਆ। ਮੈਂ ਦਾਨ ਪੁੰਨ ਕਰਨ ਲੱਗਿਆ, ਗਰੀਬਾਂ ਦੇ ਬੱਚਿਆਂ ਨੂੰ ਖਾਣਾ ਖਵਾਉਂਦਾ, ਪਰ ਰੱਬ ਤਾਂ ਕਿਸੇ ਵੀ ਗੱਲੋਂ ਖੁਸ਼ ਨਹੀਂ ਹੋ ਰਿਹਾ ਸੀ। ਮੈਨੂੰ ਤਾਂ ਸਮਝ ਨਹੀਂ ਆ ਰਹੀ ਸੀ ਕਿ ਆਖਿਰ ਮੈਂ ਇਦਾਂ ਦਾ ਕੀ ਕਰਾਂ ਜਿਹਦੇ ਨਾਲ ਰੱਬ ਖੁਸ਼ ਹੋ ਜਾਵੇ ਤੇ ਮੇਰਾ ਕੰਮ ਚੱਲ ਪਵੇ। ਮੈਂ ਹਮੇਸ਼ਾ ਆਪਣੇ ਬਿਜ਼ਨਸ ਨੂੰ ਅੱਗੇ ਤੋਰਨ ਬਾਰੇ ਹੀ ਸੋਚਦਾ ਰਹਿੰਦਾ। ਦੁਪਹਿਰ ਦਾ ਟਾਈਮ ਸੀ। ਮੈਂ ਆਪਣੇ ਬੈੱਡ ਤੇ ਪਿਆ ਸੀ। ਉਸ ਵੇਲੇ ਮੈਨੂੰ ਮੇਰੀ ਮਾਂ ਦਾ ਖਿਆਲ ਆਇਆ। ਮਾਂ ਨੂੰ ਮਿਲੇ 2 ਕੁ ਸਾਲ ਹੋ ਗਏ ਸੀ। ਮੈਂ ਸੋਚਿਆ, ਚੱਲ ਅੱਜ ਮਾਂ ਵੱਲ ਗੇੜਾ ਮਾਰ ਆਉਂਦਾ। ਉਸੇ ਵੇਲੇ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਤਿਆਰ ਹੋਣ ਲਈ ਕਿਹਾ, ਪਰ ਇਹ ਸੁਣਦਿਆਂ ਹੀ ਮੇਰੀ ਪਤਨੀ ਕਹਿੰਦੀ, ਮੇਰੇ ਕੋਲ ਤਾਂ ਟਾਈਮ ਨਹੀਂ, ਮੈਨੂੰ ਤਾਂ ਕੋਈ ਕੰਮ ਆ, ਬੱਚੇ ਵੀ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਦੇ ਟੈਸਟ ਚੱਲ ਰਹੇ ਆ। ਦੂਜੀ ਗੱਲ ਇਹ ਆ ਕਿ ਮੈਂ ਨਹੀਂ ਉੱਥੇ ਆਪਣੇ ਬੱਚਿਆਂ ਨੂੰ ਭੇਜਣਾ, ਉੱਥੇ ਤਾਂ ਸੌਣ ਦੀ ਵੀ ਜਗ੍ਹਾ ਨਹੀਂ। ਉਹ ਵਿਚਾਰੇ ਰਾਤ ਨੂੰ ਕਿੱਥੇ ਸੌਣਗੇ? ਤੁਸੀਂ ਜਾਣਾ ਤਾਂ ਚਲੇ ਜਾਵੋ, ਮੇਰਾ ਤਾਂ ਦਿਲ ਨਹੀਂ ਕਰਦਾ। ਮੇਰੀ ਪਤਨੀ ਨੇ ਤਾਂ ਮੈਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ। ਅਗਲੀ ਸਵੇਰ ਮੈਂ ਇਕੱਲਾ ਹੀ ਤਿਆਰ ਹੋ ਕੇ ਚਲਿਆ ਗਿਆ। ਇਹੀ ਸੋਚ ਰਿਹਾ ਸੀ ਕਿ ਮੇਰੀ ਮਾਂ ਪਤਾ ਨਹੀਂ ਕਿਸ ਹਾਲ ਵਿੱਚ ਹੋਵੇਗੀ। ਮੈਨੂੰ ਵੇਖ ਕੇ ਕਿਤੇ ਉਹ ਗੁੱਸੇ ਹੀ ਨਾ ਹੋ ਜਾਵੇ ਕਿ ਪਿਛਲੇ ਇੰਨੇ ਸਾਲਾਂ ਤੋਂ ਤਾਂ ਤੂੰ ਮੈਨੂੰ ਮਿਲਣ ਨਹੀਂ ਆਇਆ, ਤੇ ਕਿਤੇ ਉਹ ਮੇਰੇ ਨਾਲ ਗਿਲੇ ਸ਼ਿਕਵੇ ਨਾ ਕਰਨ ਬਹਿ ਜਾਵੇ। ਮੈਂ ਸੋਚਿਆ ਕਿ ਮਾਂ ਨੂੰ ਮਿਲ ਕੇ ਮੈਂ ਸਵੇਰੇ ਹੀ ਘਰ ਵਾਪਸ ਆ ਜਾਵਾਂਗਾ। ਉਸ ਤੋਂ ਬਾਅਦ ਮੈਨੂੰ ਖਿਆਲ ਆਇਆ ਕਿ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੈਂ ਉਸ ਘਰ ਦਾ ਸੌਦਾ ਕਰ ਲਿਆ ਸੀ। ਸਿਰਫ ਆਪਣੀ ਮਾਂ ਦੇ ਵਾਸਤੇ ਮੈਂ ਇੱਕ ਛੋਟਾ ਜਿਹਾ ਕਮਰਾ ਤੇ ਇੱਕ ਬਾਥਰੂਮ ਹੀ ਛੱਡਿਆ ਸੀ। ਮਾਂ ਨੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਸੀ ਕਿ ਪੁੱਤ, ਮੇਰੇ ਜਿਉਂਦੇ ਜੀ ਇਹ ਘਰ ਨਾ ਵੇਚੀ, ਜੇ ਵੇਚਣਾ ਹੀ ਆ ਤਾਂ ਤੂੰ ਮੇਰੇ ਮਰਨ ਤੋਂ ਬਾਅਦ ਵੇਚ ਦੇਵੀਂ। ਪਰ ਮੈਂ ਤਾਂ ਇਹ ਕਹਿ ਦਿੱਤਾ ਸੀ ਕਿ ਮਾਂ, ਤੂੰ ਇੰਨੇ ਵੱਡੇ ਘਰ ਵਿੱਚ ਕੀ ਕਰੇਂਗੀ? ਮੈਂ ਉਹ ਘਰ ਵੇਚ ਕੇ ਸ਼ਹਿਰ ਆ ਗਿਆ ਸੀ। ਮੇਰੀ ਪਤਨੀ ਨੇ ਤੇ ਮੈਂ ਉੱਪਰੋਂ ਹੀ ਕਿਹਾ ਸੀ ਕਿ ਮੰਮੀ, ਤੁਸੀਂ ਵੀ ਸਾਡੇ ਨਾਲ ਸ਼ਹਿਰ ਆ ਜਾਵੋ, ਪਰ ਮੇਰੀ ਮਾਂ ਦਾ ਉਸ ਘਰ ਨਾਲ ਬਹੁਤ ਪਿਆਰ ਸੀ। ਇਸ ਕਰਕੇ ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਉਹ ਇਹ ਘਰ ਛੱਡ ਕੇ ਕਿਤੇ ਨਹੀਂ ਜਾਊਗੀ, ਕਿਉਂਕਿ ਉਸ ਘਰ ਵਿੱਚ ਮਾਂ ਦੀਆਂ ਬਹੁਤ ਯਾਦਾਂ ਸੀ, ਜਿਨ੍ਹਾਂ ਨੂੰ ਮਾਂ ਕਦੇ ਨਹੀਂ ਭੁਲਾਉਣਾ ਚਾਹੁੰਦੀ ਸੀ। ਮਾਂ ਦੇ ਮੂੰਹੋਂ ਨਾ ਸੁਣ ਕੇ ਮੈਂ ਤੇ ਮੇਰੀ ਪਤਨੀ ਬਹੁਤ ਖੁਸ਼ ਹੋ ਗਏ ਸੀ। ਮੈਂ ਪਿੰਡ ਪਹੁੰਚਿਆ ਤਾਂ ਹੈਰਾਨ ਜਿਹਾ ਰਹਿ ਗਿਆ। ਮੇਰੀ ਮਾਂ ਬੁਖਾਰ ਨਾਲ ਤੜਫ ਰਹੀ ਸੀ। ਮੈਂ ਦੇਖਿਆ ਕਿ ਮੇਰੀ ਮਾਂ ਰੋ ਰਹੀ ਸੀ। ਮਾਂ ਦੇ ਕੋਲ ਗਵਾਂਢਣ ਬੈਠੀ ਸੀ। ਮੈਨੂੰ ਦੇਖ ਕੇ ਮਾਂ ਦੇ ਚਿਹਰੇ ਤੇ ਅਲੱਗ ਜਿਹੀ ਖੁਸ਼ੀ ਆ ਗਈ। ਉਹ ਉੱਚੀ-ਉੱਚੀ ਰੋਣ ਲੱਗ ਪਈ ਤੇ ਕਹਿੰਦੀ, ਹਾਏ ਮੇਰਾ ਪੁੱਤ, ਤੈਨੂੰ ਆ ਗਿਆ ਚੇਤਾ? ਆਪਣੀ ਮਾਂ ਕਿੱਥੇ ਰਹਿ ਗਿਆ ਸੀ? ਭੋਰਾ ਖਿਆਲ ਨਹੀਂ ਆਇਆ ਆਪਣੀ ਮਾਂ ਦਾ? ਉਦੋਂ ਹੀ ਗਵਾਂਢਣ ਮੈਨੂੰ ਕਹਿਣ ਲੱਗੀ ਕਿ ਪੁੱਤ, ਤੂੰ ਕਿੱਥੇ ਚਲਾ ਗਿਆ ਸੀ ਆਪਣੀ ਮਾਂ ਨੂੰ ਇਹ ਹਾਲ ਵਿੱਚ ਛੱਡ ਕੇ? ਦੇਖ, ਤੇਰੀ ਮਾਂ ਨੇ ਰੋ-ਰੋ ਕੀ ਹਾਲ ਕੀਤਾ, ਆਪਣਾ ਤੜਫਦੀ ਰਹਿੰਦੀ ਆ। ਰੱਬ ਦਾ ਸ਼ੁਕਰ ਆ ਕਿ ਤੈਨੂੰ ਆਪਣੀ ਮਾਂ ਦੀ ਯਾਦ ਆ ਗਈ ਤੇ ਤੂੰ ਇੱਥੇ ਆਪਣੀ ਮਾਂ ਨੂੰ ਮਿਲਣ ਆ ਗਿਆ, ਨਹੀਂ ਤਾਂ ਤੇਰੀ ਮਾਂ ਨੇ ਇਸ ਦੁੱਖ ਵਿੱਚ ਹੀ ਮਰ ਜਾਣਾ ਸੀ ਕਿ ਮੇਰਾ ਪੁੱਤ ਆਊਗਾ ਕਿ ਨਹੀਂ। ਹੁਣ ਸਾਂਭ ਲੈ ਆਪਣੀ ਮਾਂ ਨੂੰ। ਸੱਚ ਦੱਸਾਂ ਤਾਂ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਮੇਰਾ ਦਿਲ ਚਕਨਾਚੂਰ ਹੋ ਗਿਆ ਸੀ। ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਮਾਂ ਬੇਹੋਸ਼ੀ ਦੀ ਹਾਲਤ ਵਿੱਚ ਸੀ, ਪਰ ਉਹ ਫਿਰ ਵੀ ਮੇਰਾ ਨਾਮ ਹੀ ਲੈ ਰਹੀ ਸੀ। ਉਹ ਉੱਚੀ-ਉੱਚੀ ਰੋ ਰਹੀ ਸੀ। ਮੈਨੂੰ ਆਪਣੇ ਆਪ ਤੇ ਬਹੁਤ ਸ਼ਰਮ ਆ ਰਹੀ ਸੀ। ਘਰ ਵੇਚ ਕੇ ਤਾਂ ਮੈਂ ਲੱਖਾਂ ਰੁਪਏ ਝੱਟ ਲੈ ਕੇ ਉੱਡ ਗਿਆ ਸੀ ਤੇ ਉਹ ਪੈਸੇ ਵੀ ਮੈਂ ਆਪਣੇ ਬਿਜ਼ਨਸ ਵਿੱਚ ਲਾ ਕੇ ਗਵਾ ਦਿੱਤੇ ਸੀ। ਪਰ ਆਪਣੀ ਮਾਂ ਨੂੰ ਤਾਂ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਸ਼ਹਿਰ ਰਹਿੰਦੇ 2 ਕੁ ਵਾਰ ਹੀ ਆਪਣੀ ਮਾਂ ਨੂੰ ਮਿਲਣ ਆਇਆ ਸੀ। ਉਸ ਤੋਂ ਬਾਅਦ ਤਾਂ ਮੈਂ ਕਦੇ ਘਰ ਵੜਿਆ ਹੀ ਨਹੀਂ ਸੀ। ਮੈਂ ਆਪਣੀ ਐਸ਼ ਦੀ ਜ਼ਿੰਦਗੀ 'ਚ ਬਿਜ਼ੀ ਹੋ ਗਿਆ ਸੀ। ਉੱਥੇ ਹੀ ਮੈਂ ਵਿਆਹ ਕਰਵਾ ਲਿਆ ਸੀ। ਇੱਥੋਂ ਤੱਕ ਕਿ ਮੈਂ ਤਾਂ ਆਪਣੀ ਮਾਂ ਨੂੰ ਵਿਆਹ 'ਚ ਵੀ ਨਹੀਂ ਸੱਦਿਆ ਸੀ। ਮੈਂ ਸੋਚਿਆ ਹੀ ਨਹੀਂ ਸੀ ਕਿ ਰੱਬ ਦਾ ਦੂਜਾ ਰੂਪ ਮਾਂ ਹੁੰਦੀ ਆ।
ਮੈਂ ਮਾਂ ਦੀ ਬਿਲਕੁਲ ਵੀ ਕਦਰ ਨਹੀਂ ਕੀਤੀ। ਮੇਰੀ ਪਤਨੀ ਦੇ ਵਿੱਚ ਤੇ ਆਪਣੇ ਬੱਚਿਆਂ ਦੇ ਵਿੱਚ ਮੈਂ ਇੰਨਾ ਜ਼ਿਆਦਾ ਬਿਜੀ ਹੋ ਗਿਆ ਸੀ ਕਿ ਮੈਂ ਆਪਣੀ ਮਾਂ ਹੀ ਭੁੱਲ ਗਿਆ। ਅੱਜ ਮੈਨੂੰ ਪਤਾ ਲੱਗਿਆ ਸੀ ਕਿ ਮੈਂ ਕਿੰਨਾ ਦੁੱਖ ਦਿੱਤਾ ਸੀ ਆਪਣੀ ਮਾਂ ਨੂੰ। ਅੱਜ ਮੈਨੂੰ ਪਤਾ ਲੱਗਿਆ ਕਿ ਜਿਸ ਦੀ ਮਾਂ ਹੀ ਦੁਖੀ ਹੋਵੇ, ਰੱਬ ਉਹਦੇ ਤੋਂ ਕਿੱਦਾਂ ਖੁਸ਼ ਹੋ ਸਕਦਾ। ਮੈਂ ਸੋਚ ਰਿਹਾ ਸੀ ਕਿ ਰੱਬ ਨੇ ਮੈਨੂੰ ਜਲਦੀ ਇੱਥੇ ਭੇਜ ਦਿੱਤਾ। ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ। ਉਸੇ ਵੇਲੇ ਮੈਂ ਹੱਥ ਜੋੜ ਕੇ ਰੱਬ ਦਾ ਧੰਨਵਾਦ ਕਰਨ ਲੱਗ ਪਿਆ। ਉਦੋਂ ਹੀ ਮੈਂ ਆਪਣੀ ਮਾਂ ਨੂੰ ਗੱਡੀ ਵਿੱਚ ਬਿਠਾਇਆ ਤੇ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਹਸਪਤਾਲ ਦੇ ਵਿੱਚ ਜਦੋਂ ਮਾਂ ਨੂੰ ਹੋਸ਼ ਆਇਆ ਤਾਂ ਉਹ ਮੈਨੂੰ ਦੇਖ ਕੇ ਫੇਰ ਚੀਕ ਪਈ ਤੇ ਉੱਚੀ ਉੱਚੀ ਰੋਣ ਲੱਗ ਪਈ। ਕਹਿੰਦੀ, ਬੇ ਪੁੱਤ, ਮੈਨੂੰ ਤਾਂ ਲੱਗਿਆ ਸ਼ਾਇਦ ਤੂੰ ਸੋਚ ਲਿਆ ਸੀ ਕਿ ਮੇਰੀ ਮਾਂ ਮਰ ਗਈ ਹੋਵੇਗੀ। ਮੈਂ ਮਾਂ ਨੂੰ ਕਿਹਾ ਕਿ ਮਾਂ ਇਦਾਂ ਦੀਆਂ ਗੱਲਾਂ ਨਾ ਕਰ, ਹੁਣ ਤੂੰ ਠੀਕ ਹੋ ਜਾਣਾ, ਮੈਨੂੰ ਮਾਫ ਕਰ ਦੇ। ਮੈਂ ਜ਼ਿੰਦਗੀ ਵਿੱਚ ਸਭ ਕੁਝ ਪਾ ਲਿਆ ਸੀ, ਪਰ ਜੋ ਖੁਸ਼ੀ ਤੂੰ ਮੈਨੂੰ ਦਿੱਤੀ ਉਹ ਸ਼ਾਇਦ ਮੈਨੂੰ ਹੋਰ ਕੋਈ ਨਹੀਂ ਦੇ ਸਕਦਾ। ਸੱਚ ਹੀ ਕਹਿੰਦੇ ਆ ਕਿ ਜੋ ਆਪਣੇ ਮਾਪਿਓ ਨੂੰ ਖੁਸ਼ ਨਹੀਂ ਕਰ ਸਕਦਾ ਉਹ ਰੱਬ ਨੂੰ ਵੀ ਨਹੀਂ ਖੁਸ਼ ਕਰ ਸਕਦਾ। ਮੈਂ ਆਪਣੇ ਮਾਂ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, ਤੂੰ ਫਿਕਰ ਨਾ ਕਰ ਮਾਂ, ਹੁਣ ਹਸਪਤਾਲ ਰਹਿਣ ਮਗਰੋਂ ਤੂੰ ਬਿਲਕੁਲ ਠੀਕ ਹੋ ਜਾਵੇਂਗੀ ਤੇ ਮੈਂ ਤੈਨੂੰ ਆਪਣੇ ਘਰ ਲੈ ਜਾਊਂਗਾ। ਜਦੋਂ ਮੈਂ ਆਪਣੀ ਮਾਂ ਨੂੰ ਹਸਪਤਾਲ ਲੈ ਕੇ ਆਇਆ ਸੀ, ਉਸ ਵੇਲੇ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਕਹਿ ਦਿੱਤਾ ਸੀ ਕਿ ਆਪਣੀ ਮਾਂ ਨੂੰ ਘਰ ਲੈ ਕੇ ਆਉਣਾ। ਇਸ ਕਰਕੇ ਕੋਈ ਵੀ ਨਹੀਂ ਬੋਲੂਗਾ ਕਿ ਮੈਂ ਕਿਉਂ ਉਹਨਾਂ ਨੂੰ ਘਰ ਲੈ ਕੇ ਆਇਆ। ਬੱਚੇ ਵੀ ਬਹੁਤ ਖੁਸ਼ ਹੋ ਗਏ ਸੀ। ਦਾਦੀ ਘਰ ਆਉਣ ਵਾਲੀ ਆ। ਮੈਂ ਆਪਣੀ ਪਤਨੀ ਨੂੰ ਸਾਫ਼ ਕਹਿ ਦਿੱਤਾ ਕਿ ਜੇ ਤੂੰ ਮੇਰੀ ਮਾਂ ਦੀ ਸੇਵਾ ਨਾ ਕੀਤੀ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਮੈਂ ਉਹਨੂੰ ਘਰੋਂ ਤਾਂ ਨਹੀਂ ਕੱਢ ਸਕਦਾ ਸੀ ਕਿਉਂਕਿ ਉਹ ਮੇਰੀ ਪਤਨੀ ਸੀ ਤੇ ਮੈਂ ਉਸ ਦੇ ਨਾਲ ਵਿਆਹ ਕਰਵਾਇਆ ਸੀ, ਪਰ ਡਰਾਵਾ ਦੇਣਾ ਤਾਂ ਬਣਦਾ ਸੀ। ਨਹੀਂ, ਉਸਨੇ ਕਿੱਥੇ ਮਾਂ ਦੀ ਸੇਵਾ ਕਰਨੀ ਸੀ। ਮੇਰੀ ਪਤਨੀ ਮੇਰੀ ਗੱਲ ਨੂੰ ਜਲਦੀ ਸਮਝ ਗਈ। ਅਸੀਂ ਸਾਰੇ ਜਾਣੇ ਮਾਂ ਦੀ ਬਹੁਤ ਸੇਵਾ ਕਰਦੇ। ਸੇਵਾ ਕਰਨ ਦੌਰਾਨ ਮੇਰੀ ਮਾਂ ਥੋੜੇ ਹੀ ਦਿਨਾਂ ਵਿੱਚ ਵਧੀਆ ਹੋ ਗਈ। ਉਹ ਮੈਨੂੰ ਹਰ ਰੋਜ਼ ਫੈਕਟਰੀ ਵਿੱਚ ਜਾਣ ਤੋਂ ਪਹਿਲਾਂ ਲੱਖਾਂ ਅਸੀਸਾਂ ਦਿੰਦੀ ਆ। ਹੁਣ ਮੈਨੂੰ ਉਮੀਦ ਆ ਕਿ ਮੇਰੀ ਮਾਂ ਦੀਆਂ ਅਸੀਸਾਂ ਹੀ ਮੈਨੂੰ ਲੱਗਣਗੀਆਂ। ਮਾਂ ਦੀ ਸੇਵਾ ਤਾਂ ਰੱਬ ਦੀ ਸੇਵਾ। ਸੋ ਦੋਸਤੋ, ਕਦੇ ਵੀ ਮਾਂ ਨੂੰ ਠੋਕਰ ਨਾ ਮਾਰੋ। ਹਮੇਸ਼ਾ ਆਪਣੀ ਮਾਂ ਦੀ ਇੱਜ਼ਤ ਕਰੋ। ਜਿੰਨਾ ਆਪਣਾ ਮਾਂ ਕਰ ਸਕਦੀ ਆ ਓਨਾ ਕੋਈ ਹੋਰ ਨਹੀਂ ਕਰ ਸਕਦਾ। ਸੋ ਦੋਸਤੋ, ਕਹਾਣੀ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।